थैलेसीमिया का जो शिव शक्ति का योगदान है थैलेसीमिया के बच्चों के लिए, तो 99 में हमने शुरू किया था ये, 26 अगस्त 1999। और उस वक्त सिर्फ 1 यूनिट थैलेसीमिया का मिला था और ये हर साल लगातार बढ़ता चला गया। आप ये देखो नीचे आते 14,410 टोटल, यानी 1,44 लाख रुपए के का योगदान थैलेसीमिया के बच्चों को दे दिया। ठीक है नहीं? अब एक थैली 1,000 रुपए की लगती है, तो उस हिसाब से आप कैलकुलेट कर लो, 1,44 लाख इन बच्चों को दिए जा चुके। और ये मैंने नहीं, ये आप सब लोगों ने मिलकर के जो अपन प्रोग्राम बनाया, भी किसी भी तरीके से इन बच्चों की मदद होनी चाहिए। न्यूक्लियर फैमिली है, तो बच्चे होते हैं, एक एक बच्चा है, माँ है, बाप है, कहाँ से तो वो खून लाएंगे, कहाँ से वो इतने पैसे लाएंगे, है नहीं? तो गरीब बच्चों के लिए ये है कि भाई हमने कभी भी इनको किसी को मना नहीं किया और बाइज्जत कभी भी, मतलब इनके मान सम्मान में भी कमी नहीं आने दी कि भाई ये तो मुफ्तखोरे आ गए, ऐसा कभी नहीं हुआ। हमने इनको पूरा मान सम्मान दिया। और जो 198 बच्चे अपने पास हैं, 198 थैलेसीमिया के बच्चे हैं, और वो सिरसा जिले के नहीं है, करनाल तक के बच्चे यहाँ हैं। मैं सब दी आवाज़ सन्नी सिंह ਤੁਹਾਡੇ ਸਾਰਿਆਂ ਅੱਗੇ ਇੱਕ ਇਹੋ ਜਿਹਾ ਸ਼ਖਸ ਲੈ ਕੇ ਆ ਰਿਹਾ ਜੋ ਨਿਰੰਤਰ ਕਾਫੀ ਸਾਲਾਂ ਤੋਂ ਸੇਵਾ ਕਰ ਰਿਹਾ ਤੇ ਲੋਕਾਂ ਨੂੰ, ਦਿਨ ਦੁਖੀਆਂ ਨੂੰ ਜਿੱਥੇ ਵੀ ਕਿਸੇ ਸਹਾਰੇ ਦੀ ਲੋੜ ਹੁੰਦੀ ਹੈ ਉੱਥੇ ਉਹਨਾਂ ਲਈ ਇੱਕ ਪ੍ਰੇਰਨਾ ਸਰੋਤ ਬਣਦਾ। ਇਸ ਮੇਰੇ ਵੀਰ, ਤੁਸੀਂ ਥੈਲੇਸੀਮੀਆ ਨਾਮ ਦੀ ਬਿਮਾਰੀ ਸੁਣੀ ਹੋਣੀ। ਥੈਲੇਸੀਮੀਆ ਬਿਮਾਰੀ 'ਚ ਹੁੰਦਾ ਕੀ ਆ, ਮਹੀਨੇ 'ਚ 2 ਜਾਂ 3 ਵਾਰੀ ਬਲੱਡ ਚੜ੍ਹਦਾ ਤੇ ਉਹ ਬਲੱਡ ਰਿਕੁਆਇਰਮੈਂਟ ਵਾਸਤੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਹੋਣਾ ਪੈਂਦਾ, ਬਲੱਡ ਨਹੀਂ ਮਿਲਦਾ ਈਜ਼ੀਲੀ। ਤੇ ਜਿਹੜੇ ਡੋਨਰ ਆ ਮੋਸਟ ਆਫ ਕੀ ਕਰਦੇ ਆ ਵੀ ਜਿਹੜੇ ਆ ਇਹੋ ਜਿਹੇ ਨੀਡੀ ਲੋਕ ਆ ਇਹਨਾਂ ਨੂੰ ਬਲੱਡ ਨਹੀਂ ਦੇ ਪਾਉਂਦੇ। ਪਰ ਇੱਕ ਮੇਰਾ ਵੀਰ ਜੈਫ ਟਿੱਲਾ, ਨਾਂ ਤੁਸੀਂ ਪਹਿਲਾਂ ਫੇਸਬੁੱਕ, ਯੂਟਿਊਬ ਹਰ ਜਗ੍ਹਾ ਵੇਖਿਆ ਹੋਣਾ, ਪਰ ਉਹ ਮੇਰਾ ਵੀਰ ਖੁਦ ਥੈਲੇਸੀਮੀਆ ਨਾਮ ਦੀ ਬਿਮਾਰੀ ਨਾਲ ਗ੍ਰਸਤ ਹੈ। ਉਹਦੇ ਜਿਹੜੇ ਨਾਲ ਦੇ ਜਿਹੜੇ ਲਗਭਗ 200 ਪੇਸ਼ੈਂਟ ਆ ਸ਼ਾਇਦ ਆਪਣੇ ਸ਼ਹਿਰ ਸਿਰਸਾ 'ਚ, ਅਤੇ ਉਹਨਾਂ ਨੂੰ ਹਰ ਮਹੀਨੇ ਬਲੱਡ ਦੀ ਲੋੜ ਪੈਂਦੀ ਹੈ। ਅਤੇ ਇਹ ਮੇਰਾ ਵੀਰ ਜੈਫ ਟਿੱਲਾ ਤੁਹਾਨੂੰ ਦੱਸਣਗੇ ਵੀ ਸਾਰੀ ਜੋ ਥੈਲੇਸੀਮੀਆ ਬਿਮਾਰੀ 'ਚ ਕੀ ਦਿੱਕਤ ਆਉਂਦੀ ਅਤੇ ਕੀ ਹੁੰਦਾ ਹੈ। ਅੱਜ ਇਹਨਾਂ ਦੇ ਬਰਥਡੇ 'ਤੇ ਇਹਨਾਂ ਨੇ ਇੱਕ ਵਿਸ਼ਾਲ ਬਲੱਡ ਡੋਨੇਸ਼ਨ ਕੈਂਪ ਲਾਇਆ ਅਤੇ ਮਿਲਾਉਂਦੇ ਹਾਂ, ਇਹਨਾਂ ਨਾਲ ਜਾਣਦੇ ਇਹਨਾਂ ਬਾਰੇ ਅਤੇ ਬਾਕੀ ਸਾਰੀ ਗੱਲਬਾਤ ਦੱਸਣਗੇ ਵੀ ਤੁਸੀਂ ਕਿੱਦਾਂ ਇਹਨਾਂ ਦੀ ਸਪੋਰਟ ਕਰਨੀ, ਕਿਵੇਂ ਇਹਨਾਂ ਦਾ ਸਾਥ ਦੇਣਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਨਮਸਕਾਰ ਜੀ, ਮੇਰਾ ਨਾਮ ਜੈ ਸਿੰਘ ਹੈ ਔਰ ਮੈਂ ਜਦੋਂ 3 ਮਹੀਨਿਆਂ ਦਾ ਸੀ ਜਦੋਂ ਥੈਲੇਸੀਮੀਆ ਡਾਇਗਨੋਜ਼ ਹੋਇਆ, ਔਰ ਮੇਰੇ ਜਜੇ ਤਮਾਮ ਹਿੰਦੁਸਤਾਨ ਦੇ ਵਿੱਚ 2 ਲੱਖ ਪੇਸ਼ੈਂਟ ਨੇ ਜਿਨ੍ਹਾਂ ਨੂੰ ਬਲੱਡ ਚੜ੍ਹਦਾ ਹੈ ਮੌਕੇ 'ਤੇ। ਥੈਲੇਸੀਮੀਆ ਇੱਕ ਇਹੋ ਜਿਹਾ ਡਿਸਆਰਡਰ ਹੈ ਜਿਹਦੇ ਨਾਲ ਹਰ 15 ਦਿਨਾਂ ਬਾਅਦ ਵੱਡੇ ਬੰਦੇ ਨੂੰ, ਯੁਵਾ ਨੂੰ ਬਲੱਡ ਚੜਵਾਉਣਾ ਪੈਂਦਾ, ਉਹਦਾ ਆਪਦਾ ਬਲੱਡ ਨਹੀਂ ਬਣਦਾ। ਬਲੱਡ ਵੈਸੇ ਤਾਂ ਕਈ ਵਾਰ ਤਾਂ ਮਿਲ ਜਾਂਦਾ ਹੈ, ਬਟ ਕਈ ਵਾਰ ਬੜੀ ਦਿੱਕਤ ਆਉਂਦੀ ਹੈ। ਜਦੋਂ ਤੱਕ ਮੈਂ 15 ਸਾਲ ਦੀ ਏਜ ਤੱਕ ਮੈਂ ਸਿਵਲ ਹਸਪੀਟਲ ਬਲੱਡ ਚੜਵਾਇਆ ਸੀ, ਹੋਲ ਬਲੱਡ ਮਿਲਦਾ ਹੈ, ਔਰ ਉਦੋਂ RBC ਦੀ ਫੈਸਿਲਿਟੀ ਨਹੀਂ ਸੀ। RBC ਹੀ ਚੜਵਾਉਣਾ ਪੈਂਦਾ ਕਿਉਂਕਿ ਰੈੱਡ ਬਲੱਡ ਸੈਲਸ ਦੀ ਇਹਦੇ 'ਚ ਲੋੜ ਹੁੰਦੀ ਹੈ, ਬਾਕੀ ਬਲੱਡ ਦੀ ਲੋੜ ਨਹੀਂ ਹੁੰਦੀ। ਫਿਰ 15 ਸਾਲਾਂ ਦੀ ਏਜ ਤੋਂ ਬਾਅਦ ਮੈਂ ਸ਼ਿਵ ਸ਼ਕਤੀ ਬਲੱਡ ਬੈਂਕ 'ਚ ਬਲੱਡ ਲੈਂਦਾ ਰਿਹਾ। ਬਲੱਡ ਮੈਨੂੰ ਹੁਣ ਰੈਗੂਲਰ ਮਿਲਦਾ ਹੈ, ਅੱਛਾ ਬਲੱਡ ਹੈ ਔਰ ਇਹੀ ਸਾਨੂੰ ਰਿਕੁਆਇਰਡ ਹੈ। ਬਟ ਇਹ ਕਈ ਵਾਰ ਕੀ ਹੁੰਦਾ, ਕਈ ਵਾਰ ਇੱਥੇ ਵੀ ਕਮੀ ਆ ਜਾਂਦੀ ਹੈ, ਕੋਈ ਗਰਮੀ ਹੋ ਗਈ ਜਾਂ ਆ ਪਿਛਲੇ ਟਾਈਮ ਕਰੋਨਾ ਦੇ ਵਿੱਚ ਬੜੀ ਦਿੱਕਤ ਆਈ ਸੀ, ਤਾਂ ਅਸੀਂ ਇਸ ਚੀਜ਼ ਦਾ, ਸਾਨੂੰ ਬਲੱਡ ਨਾ ਮਿਲਿਆ ਕਰੇ। ਮੇਰੇ ਵਰਗੇ ਸਿਰਸਾ ਦੇ ਵਿੱਚ 200 ਬੰਦੇ ਰਜਿਸਟਰਡ ਨੇ ਔਰ ਹਿਸਾਰ, ਫਤਿਹਾਬਾਦ ਦੇ ਵੀ ਕਈ ਪੇਸ਼ੈਂਟ ਇੱਥੇ ਆਉਂਦੇ ਨੇ। ਇਹਨਾਂ ਨੂੰ ਵੀ ਬਲੱਡ ਮਿਲਣ 'ਚ ਬਹੁਤ ਦਿੱਕਤ ਆਉਣ ਲੱਗ ਗਈ। ਇਹ ਵੀ ਕੀ ਕਰਨ, ਇਹਨਾਂ ਕੋਲ ਹੋਵੇਗਾ ਤਾਂ ਦੇ ਦੇਣਗੇ, ਨਹੀਂ ਤਾਂ ਨਹੀਂ ਦੇ ਸਕਦੇ, ਕਿਉਂਕਿ ਥੈਲੇਸੀਮੀਆ ਵਾਸਤੇ ਹਮੇਸ਼ਾ ਖੜ੍ਹੇ ਹੋਏ ਨੇ। ਔਰ ਸਾਡੀ ਸੁਸਾਇਟੀ ਦੇ ਪ੍ਰੈਜ਼ੀਡੈਂਟ ਮਿਸਟਰ ਡਾਕਟਰ ਪ੍ਰਵੀਨ ਅਰੋੜਾ, ਇਹਨਾਂ ਦਾ ਸਾਡੇ ਉੱਤੇ ਬਹੁਤ ਵੱਡਾ ਹੱਥ ਹੈ, ਕਿਉਂਕਿ ਉਹ ਸਾਡੇ ਨਾਲ ਬਹੁਤ ਅੱਗੇ ਹੋ ਕੇ ਖੜ੍ਹਦੇ ਨੇ। ਉਹੀ ਸਾਡੇ ਮਤਲਬ ਮੋਟੀਵੇਟਰ ਨੇ। ਅਸੀਂ ਉਹਨਾਂ ਤੋਂ ਸਿੱਖ ਕੇ ਇਹ ਚੀਜ਼ ਸ਼ੁਰੂ ਕੀਤੀ। ਉਹ ਹਰ ਸਾਲ ਬਲੱਡ ਡੋਨੇਸ਼ਨ ਕੈਂਪ ਲਗਵਾਉਂਦੇ ਨੇ ਜੁਲਾਈ 'ਚ। ਅਸੀਂ ਵੀ ਸੋਚਿਆ ਸਾਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸੇ ਲਈ ਮੈਂ 2020 ਦੇ ਵਿੱਚ ਨਵੰਬਰ ਵਿੱਚ ਪਹਿਲਾਂ ਮੈਂ ਕੈਂਪ ਔਰਗੇਨਾਈਜ਼ ਕੀਤਾ ਸੀ ਆਪਦਾ ਬਲੱਡ ਡੋਨੇਸ਼ਨ ਦਾ। ਉਸ ਤੋਂ ਬਾਅਦ ਅੱਜ ਮੇਰਾ 3ਜਾ ਬਲੱਡ ਡੋਨੇਸ਼ਨ ਕੈਂਪ ਹੈ। ਮੈਂ ਹਰ ਆਪਦੇ ਬਰਥਡੇ 'ਤੇ ਬਲੱਡ ਡੋਨੇਸ਼ਨ ਕੈਂਪ ਲਗਵਾ ਕੇ ਇਹ ਲੋਕਾਂ ਦੇ ਮੈਸੇਜ ਪਹੁੰਚਾਉਣਾ ਚਾਹੁੰਦਾ ਕਿ ਆਪਾਂ ਆਪਦੇ ਬਰਥਡੇ 'ਤੇ ਪਾਰਟੀਆਂ ਕਰਨੇ ਆ, ਦਾਰੂਆਂ ਪੀਂਦੇ ਆ, ਬੀਅਰ ਪੀਂਦੇ ਆ, ਵੱਡੇ ਮਤਲਬ ਹੋਟਲਾਂ 'ਚ ਜਾ ਕੇ ਸੈਲੀਬ੍ਰੇਟ ਕਰਨੇ ਆ, ਤਾਂ ਤੁਸੀਂ ਇਹੋ ਜਿਹਾ ਵੀ ਇਸ ਹਿਸਾਬ ਨਾਲ ਵੀ ਕਰਿਆ ਕਰੋ ਤਾਂ ਕਿ ਇਹ ਲੋਕਾਂ ਵਾਸਤੇ ਫਾਇਦੇਮੰਦ ਹੋਵੇ। ਹੁਣ ਕਈ ਵਾਰ ਕੀ ਹੁੰਦਾ, ਕਈ ਬਲੱਡ ਦੇਣ ਤੋਂ ਝਿਜਕਾਉਂਦੇ ਨੇ। ਮੇਰੇ ਕੈਂਪ ਦੇ ਵਿੱਚ ਮੋਸਟਲੀ ਹਰ ਕੈਂਪ ਦੇ ਵਿੱਚ 4 ਤੋਂ 5 ਨਏ ਡੋਨਰ ਹੁੰਦੇ ਨੇ ਜਿਨ੍ਹਾਂ ਨੂੰ ਮੈਂ ਘਰੋਂ ਖਿੱਚ ਕੇ ਲਿਆਉਂਦਾ ਔਰ ਉਹਨਾਂ ਤੋਂ ਬਲੱਡ ਡੋਨੇਟ ਕਰਵਾਉਂਦਾ। ਇਹਦੇ ਨਾਲ ਕੀ ਹੈ,
ਕੋਈ ਹਸਪੀਟਲ ਦੇ ਵਿੱਚ ਮਰ ਰਿਹਾ ਹੈ, ਕੋਈ ਡਿਲੀਵਰੀ ਦੇ ਟਾਈਮ ਕਿਸੇ ਔਰਤ ਦੀ ਡੈਥ ਹੋ ਜਾਂਦੀ ਹੈ, ਕੋਈ ਥੈਲੇਸੀਮੀਆ ਵਰਗਾ ਮੇਰੇ ਵਰਗਾ ਬੱਚਾ ਹੈ, ਜਾਂ ਕੋਈ ਵੀ ਕਿਸੇ ਕਿਡਨੀ ਪੇਸ਼ੈਂਟ ਨੂੰ ਬਲੱਡ ਚਾਹੀਦਾ ਹੈ, ਉਹਨਾਂ ਤੱਕ ਤੁਹਾਡਾ ਬਲੱਡ ਪਹੁੰਚਦਾ ਹੈ। ਇੱਕ ਖੂਨ ਦੀ ਥੈਲੀ 3 ਜ਼ਿੰਦਗੀਆਂ ਬਚਾਉਂਦੀ ਹੈ। ਤੇ ਅਗਰ ਤੁਸੀਂ ਆਪਦੀ ਜ਼ਿੰਦਗੀ ਦੇ 1 ਘੰਟਾ 3 ਮਹੀਨਿਆਂ ਬਾਅਦ ਕੱਢ ਸਕਦੇ ਹੋ ਤਾਂ ਤੁਹਾਡੇ ਵਰਗਾ ਕੋਈ ਬੰਦਾ ਨਹੀਂ ਹੈਗਾ। ਕਈ ਇਸ ਚੀਜ਼ ਨੂੰ ਸਮਝਦੇ ਨੇ ਮੈਨੂੰ ਦੇ ਕੇ ਵਾਰ-ਵਾਰ ਦੇਣਾ ਪਵੇਗਾ, ਮੈਨੂੰ ਕੁਝ ਹੋ ਜਾਏਗਾ। ਕੁਛ ਨਹੀਂ ਹੁੰਦਾ ਇਹਦੇ ਨਾਲ ਤੁਹਾਡਾ। ਹੋਰ ਤੁਸੀਂ ਅਗਰ ਕੁਛ ਨਹੀਂ ਕਰ ਸਕਦੇ, ਇਹ ਵੱਡੀ ਸੇਵਾ ਹੈ। ਇਹ ਵੱਡੀ ਸੇਵਾ ਤਾਂ ਹੋਰ ਹੋ ਹੀ ਨਹੀਂ ਸਕਦੀ। ਜਿਹੜਾ 18 ਸਾਲਾਂ ਬਾਅਦ ਆਪਦੇ ਹੱਕ ਲੈਣਾ ਜਾਣਦਾ ਹੈ, ਜ਼ਮੀਨ ਲੈਣਾ ਜਾਣਦਾ ਹੈ, ਲੋਕਾਂ ਨਾਲ ਲੜਨਾ ਵਿੜਨਾ ਜਾਣਦਾ ਹੈ, ਹਰ ਚੀਜ਼ ਵਾਸਤੇ ਉਹਨਾਂ ਨੂੰ 18 ਸਾਲਾਂ ਤੋਂ ਬਾਅਦ ਵੋਟ ਦਾ ਅਧਿਕਾਰ ਹੈ, ਹਰ ਚੀਜ਼ ਦਾ ਅਧਿਕਾਰ ਹੈ, ਵਿਆਹ ਤੱਕ ਦਾ ਅਧਿਕਾਰ ਹੋ ਜਾਂਦਾ ਹੈ। ਤਾਂ ਖੂਨ ਕਿਉਂ ਨਹੀਂ ਦਾਨ ਸਮਝ ਨਾ ਕਰਦੇ? ਇਹ ਵੀ ਇੱਕ ਬਹੁਤ ਵੱਡੀ ਡਿਊਟੀ ਹੈ। ਔਰ 18 ਸਾਲਾਂ ਤੋਂ ਬਾਅਦ ਹਰ ਬੰਦੇ ਨੂੰ 16 ਸਾਲਾਂ ਦੇ ਬੰਦੇ ਬੱਚੇ ਗੱਭਰੂ ਲੱਗਦੇ ਹੈ। ਸਾਡਾ ਵੀ ਜੀ ਕਰਦਾ ਅਸੀਂ ਨੋਰਮਲ ਹਾਂ, ਅਸੀਂ ਸੋਚੀ ਵੀ ਅਸੀਂ ਵੀ ਨੋਰਮਲ ਹੋਈਏ, ਬਟ ਅਸੀਂ ਖੁਸ਼ ਹਾਂ। ਇਹ ਨਹੀਂ ਸਾਨੂੰ ਕੋਈ ਦਿੱਕਤ ਹੈ। ਅਸੀਂ ਆਪਦੀ ਉਹਨਾਂ ਬਾਰੇ ਸੋਚੋ ਜਿਹੜੇ ਵਿਚਾਰੇ ਮੰਜੇ ਤੋਂ ਉੱਠ ਨਹੀਂ ਸਕਦੇ। ਅਸੀਂ ਦੁਨੀਆ ਦੇ ਵਿੱਚ ਚੱਲਦੇ ਫਿਰਦੇ ਹਾਂ, ਘੁੰਮ ਰਹੇ ਹਾਂ, ਲੋਕਾਂ ਨਾਲ ਮਿਲ ਰਹੇ ਹਾਂ, ਬਟ ਉਹਨਾਂ ਨੂੰ ਜਿਹੜੇ ਠੀਕ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਬਈ ਤੁਹਾਨੂੰ ਲਗਵਾਉਣਾ ਤਾਂ ਨਹੀਂ ਪੈ ਰਿਹਾ, ਤੁਸੀਂ ਡੋਨੇਟ ਹੀ ਕਰ ਰਹੇ ਹੋ, ਤੁਹਾਡਾ ਕਿਸੇ ਦੇ ਲਈ ਕੰਮ ਆ ਰਿਹਾ, ਕਿਸੇ ਰਗਾ ਜਾ ਰਿਹਾ ਤੁਹਾਡਾ ਖੂਨ। ਔਰ ਇਹ ਵੀ ਹੈ ਜਿਹੜਾ ਬਲੱਡ ਡੋਨੇਟ ਕਰਦਾ ਨਾ, ਪਹਿਲੀ ਵਾਰ ਜਿਹੜਾ ਡੋਨੇਟ ਕਰਦਾ ਉਹਨੂੰ ਇੰਨੀ ਖੁਸ਼ੀ ਮਿਲਦੀ ਹੈ ਨਾ, ਕਿਉਂਕਿ ਆਪਾਂ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ 18 ਸਾਲ ਤੱਕ ਆਪਾਂ ਕੀ ਕੁਝ ਖਾਂਦੇ ਹਾਂ, ਹਰ ਤਰ੍ਹਾਂ ਦਾ ਆਪਾਂ ਖਾਣਾ ਪੀਣਾ ਖਾਂਦੇ ਹਾਂ। ਔਰ ਆਪਣਾ ਬਲੱਡ ਆਪਣੇ ਅੰਦਰ ਕਿਸੇ ਨਾ ਕਿਸੇ ਟਾਈਮ ਆਖਰ ਜ਼ਹਿਰ ਬਣਨ ਲੱਗ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਦੇ ਵਿੱਚ ਪਿਓਰਿਟੀ ਰਹਿ ਨਹੀਂ ਗਈ, ਨੈਗੇਟਿਵਿਟੀ ਹੈ। ਤੁਸੀਂ ਬਲੱਡ ਡੋਨੇਟ ਕਰਦੇ ਜਾਓਗੇ, ਤੁਹਾਡਾ ਬਲੱਡ ਰੀਜਨਰੇਟ ਹੋ ਕੇ ਪਿਓਰੀਫਾਈ ਹੋ ਜਾਏਗਾ, ਨਵਾਂ ਹੋ ਜਾਏਗਾ। ਇਹਦੇ ਵਜ੍ਹਾ ਨਾਲ ਤੁਸੀਂ ਹੋਰ ਆਪਦੇ ਸਰੀਰ ਦੇ ਵਿੱਚ ਛੋਟੇ ਮੋਟੀਆਂ ਬਿਮਾਰੀਆਂ ਹੁੰਦੀਆਂ ਨੇ, ਕਈਆਂ ਦੇ ਪਿੰਪਲਸ ਹੁੰਦੇ ਨੇ, ਖਾਰਿਸ਼ ਹੁੰਦੀ ਹੈ, ਹਰ ਤਰ੍ਹਾਂ ਦਾ ਰੋਗ ਹੁੰਦਾ ਹੈ, ਉਹ ਵੀ ਦੂਰ ਹੋ ਜਾਂਦਾ ਹੈ। ਛੋਟੇ ਮੋਟੇ ਰੋਗ ਸਾਰੇ ਨਿਊ ਸੈਲਸ ਹੋ ਜਾਂਦੇ ਨੇ। ਤਾਂ ਇਸੇ ਲਈ ਇਸ ਚੀਜ਼ ਨੂੰ ਡਿਊਟੀ ਸਮਝੋ ਔਰ ਬਲੱਡ ਜ਼ਰੂਰ ਦਾਨ ਕਰੋ। ਇਹ ਸਭ ਤੋਂ ਵੱਡਾ ਪੁੰਨ ਹੈ। ਇਹਦੇ 'ਚ ਕੋਈ ਪੈਸਾ ਧੇਲਾ ਨਹੀਂ ਲੱਗਦਾ ਵੀ ਤੁਸੀਂ ਜਾ ਕੇ ਕਿਤੇ ਪਰਚੀ ਕਟਾਣੀ 500 ਰੁਪਏ ਦੀ, ਫ੍ਰੀ ਹੈ। ਔਰ ਆਓਗੇ ਤਾਂ ਤੁਹਾਨੂੰ ਕੈਂਪ ਦੇ ਵਿੱਚ ਤਾਂ ਇਹ ਹੈ ਹੋਰ ਵੀ ਮਜ਼ਾ ਆਉਂਦਾ, ਹੋਰ ਤੁਹਾਨੂੰ ਲੋਕ ਵੇਖਣ ਨੂੰ ਮਿਲਦੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕਈਆਂ ਨੂੰ ਇਹ ਵੀ ਚਾਹ ਹੁੰਦਾ ਹੈ ਔਰ ਆਪਦੀ ਫੋਟੋਜ਼ ਪਾਓ, ਆਪਦੀ ਫੋਲੋਵਰਸ ਵਧਾਓ ਔਰ ਆਪਦੀ ਰੈਪੂਟੇਸ਼ਨ ਵਧਾਓ, ਤੇ ਜਲਦੀ ਤੋਂ ਜਲਦੀ ਆਓ ਤੇ ਬਲੱਡ ਡੋਨੇਸ਼ਨ ਕਰਕੇ ਜਾਓ। ਤੁਹਾਨੂੰ ਸਾਰਿਆਂ ਨੂੰ ਮਤਲਬ ਜਾਣ ਕੇ ਖੁਸ਼ੀ ਹੋਊਗੀ ਬਲੱਡ ਡੋਨੇਟ ਕਰਕੇ। ਇੱਕ ਤਾਂ ਸਭ ਤੋਂ ਪਹਿਲਾਂ ਕਿਸੇ ਦੀ ਰਗਾਂ 'ਚ ਆਪਣਾ ਖੂਨ ਜਾਂਦਾ, ਕਿਸੇ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਤੇ ਮੈਨੂੰ ਲੱਗਦਾ ਵੀ ਸਾਰੀ ਜਨਤਾ ਨੂੰ, ਦੁਨੀਆ ਜਿਹੜੀਆਂ ਜੋ ਸਮਾਜ ਸੇਵਾ ਕਰ ਰਹੇ ਆ, ਜੋ ਲੋਕੀ ਸਮਾਜ ਸੇਵਾ ਨਹੀਂ ਕਰ ਪਾਉਂਦੇ, ਘਰੇ ਬੈਠੇ ਆ, ਪਰ ਕਿਸੇ ਹੋਰ ਰਾਹੀਂ ਸੋਚਦੇ ਵੀ ਕਿਸੇ ਦੇ ਕੰਮ ਆ ਜਾਈਏ, ਤਾਂ ਇੱਕ ਕਿਸੇ ਨੂੰ ਨਵਾਂ ਜੀਵਨ ਦੇਣਾ, ਖੂਨਦਾਨ ਕਰਨਾ ਬਹੁਤ ਵੱਡੀ ਗੱਲ ਆ। ਤਾਂ ਖੂਨਦਾਨ ਕਰਕੇ ਕੋਈ ਕਮਜ਼ੋਰੀ ਨਹੀਂ ਆਉਂਦੀ, ਹੌਸਲਾ ਹੀ ਵੱਧਦਾ। ਤੇ ਤੁਹਾਡੇ ਸਾਹਮਣੇ ਭਰਾ ਜੈ ਫਟੇਲਾ ਜੀ, ਜੋ ਥੈਲੇਸੀਮੀਆ ਡਿਸਆਰਡਰ ਨਾਲ ਗ੍ਰਸਤ ਨੇ, ਤੇ ਇਸ ਦਿੱਕਤ ਕਰਕੇ ਵੀ ਇਹ ਦੁਨੀਆ 'ਚ ਲਾਈਵ ਨੇ, ਲੋਕਾਂ ਨੂੰ ਹੌਸਲਾ ਦੇ ਰਹੇ ਆ। ਨਹੀਂ ਤਾਂ ਜ਼ਿਆਦਾਤਰ ਲੋਕ ਕੀ ਹੁੰਦੇ ਆ ਵੀ ਨਿੱਕੀ ਜਿਹੀ ਬਿਮਾਰੀ ਕੋਈ ਲੱਗਦੀ ਹੈ ਨਾ ਤਾਂ ਘਰੇ ਬਹਿ ਜਾਂਦੇ ਆ। ਅਤੇ ਮੇਰਾ ਵੀਰ ਜਨਤਾ ਦੇ ਸਾਹਮਣੇ ਰਹਿੰਦਾ। ਹੋਰ ਵੀ ਤੁਹਾਨੂੰ ਹੋਰ ਵੀ ਸ਼ਖਸ ਹੈਗੇ ਇੱਥੇ, ਤੁਹਾਨੂੰ ਉਹਨਾਂ ਨਾਲ ਇੰਟਰੋਡਿਊਸ ਕਰਾਵਾਂਗੇ, ਜਿਹੜੇ ਲੋਕਾਂ ਦਾ ਬਲੱਡ ਹਰ 15 ਦਿਨਾਂ ਬਾਅਦ ਆਪਦੇ ਸਰੀਰ 'ਚ ਪਾਉਂਦੇ ਆ ਅਤੇ ਦੁਨੀਆ ਨੂੰ ਚੱਲਦੇ ਫਿਰਦੇ ਵਿਖਦੇ ਆ ਅਤੇ ਲੋਕਾਂ ਨੂੰ ਖੁਸ਼ੀਆਂ ਵੰਡਦੇ ਆ। ਸਭ ਤੋਂ ਚੰਗੀ ਗੱਲ, ਮੈਂ ਵੀ ਸ਼ੁਰੂ ਤੋਂ ਇੱਕੋ ਗੱਲ ਕਹਿੰਦਾ, ਖੁਸ਼ੀਆਂ ਬੀਜ ਸਜਣਾ ਹਾਸੇ ਉੱਗਣਗੇ। ਤਾਂ ਖੁਸ਼ੀਆਂ ਵੰਡਦੇ ਰਹੋ। ਖੁਸ਼ੀਆਂ ਜ਼ਰੀਆ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਕੋਈ ਗਿਫਟ ਲੈ ਕੇ ਦੇਣਾ, ਕੋਈ ਵੱਡੀ ਚੀਜ਼ ਲੈ ਕੇ ਦੇਣੀ ਹੈ। ਕਿਸੇ ਨੂੰ ਖੂਨ ਦਾਨ ਕਰੋ, ਕਿਸੇ ਨੂੰ ਕਿਸੇ ਵੀ ਤਰੀਕੇ ਖੁਸ਼ੀ ਦੇ ਸਕੋ, ਤਾਂ ਕਿ ਉਹ ਜੀਂਦਾ ਉਹਦਾ ਇੱਕ ਸਹਾਰਾ ਬਣੋ। ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ, ਇਹ ਸਹਾਰਾ ਹੀ ਹੈ ਜੋ ਤੁਸੀਂ ਕਿਸੇ ਨੂੰ ਦੇ ਸਕਦੇ ਹੋ। ਤਾਂ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ 'ਚ ਤੁਸੀਂ ਆਓ, ਸਾਥ ਦਿਓ। ਅੱਧੀ ਰਾਤ ਵੀ ਜੇ ਅਗਰ ਕਿਸੇ ਨੂੰ ਬਲੱਡ ਦੀ ਲੋੜ ਪਈ ਨਾ, ਇਹਨਾਂ ਕੋਲ ਕੁਆਂਟਿਟੀ ਹੁੰਦੀ ਹੈ, ਪਰ ਇਹਨਾਂ ਨੂੰ ਹੋਰ ਵੀ ਰਿਕੁਆਇਰਡ ਹੁੰਦਾ ਵੀ ਕਿਸੇ ਨੂੰ ਹੋਰ ਵੀ ਜਿਹੜੇ ਸ਼ਹਿਰਾਂ ਦੇ ਜਿੱਧਰ ਅਵੇਲੇਬਲ ਨਹੀਂ ਹੁੰਦਾ, ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਕਿਤੇ ਵੀ ਬਲੱਡ ਹੁੰਦੀ ਤਾਂ ਇੱਥੋਂ ਵੀ ਇਹ ਉਹਨਾਂ ਨੂੰ ਪ੍ਰੋਵਾਈਡ ਕਰਦੇ, ਸਪੋਰਟ ਕਰਦੇ ਆ। ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ। ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਹਾਨੂੰ ਹੋਰ ਵੀ ਜੋ ਸ਼ਖਸ ਨੇ ਇੱਥੇ ਜੋ ਥੈਲੇਸੀਮੀਆ ਨਾਲ ਗ੍ਰਸਤ ਨੇ, ਉਹਨਾਂ ਨਾਲ ਵੀ ਇੰਟਰੋਡਿਊਸ ਕਰਾਵਾਂਗੇ, ਉਹਨਾਂ ਬਾਰੇ ਵੀ ਉਹ ਵੀ ਦੱਸਣਗੇ। ਅਤੇ ਜੋ ਲੋਕ ਹੱਟੇ ਕੱਟੇ ਹੁੰਦੇ ਹੋਏ ਵੀ, ਉਹਨਾਂ ਲਈ ਸਪੈਸ਼ਲੀ ਜੋ ਭੀਖ ਮੰਗਦੇ ਤੁਹਾਨੂੰ ਬਾਜ਼ਾਰਾਂ 'ਚ ਕਈ ਵਿਖਣਗੇ, ਅਤੇ ਉਹਨਾਂ ਲਈ ਵੀ ਇੱਕ ਮੈਸੇਜ ਹੈ, ਅਗਰ ਤੁਸੀਂ ਉਹਨਾਂ ਨੂੰ ਵੀ ਇੱਕ ਸਿੱਖਿਆ ਦਿਓ ਵੀ ਕੋਈ ਚੰਗੇ ਕੰਮ ਕਰਨ, ਚੰਗੇ ਰਾਹ ਲੱਗਣ, ਕਿਸੇ ਦੀ ਸੇਵਾ ਕਰਨ, ਕਿਸੇ ਦਾ ਸਹਾਰਾ ਬਣਨ, ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਮੋਹਿਤ ਬੱਬਰ ਹੈ। ਕੀ ਕਹਿਣਾ ਚਾਹੋਗੇ ਸਰ? ਮੈਂ ਕਹਿਣਾ ਚਾਹੂੰਗਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਬਲੱਡ ਡੋਨੇਸ਼ਨ ਕਰਨਾ ਚਾਹੀਦਾ ਹਰ 3 ਮਹੀਨਿਆਂ ਬਾਅਦ। ਜੇ ਅਗਰ ਕਰਦੇ ਹਾਂ ਤਾਂ ਇੱਕ ਬਲੱਡ ਡੋਨੇਸ਼ਨ ਨਾਲ ਸਾਨੂੰ ਇੱਕ ਥੈਲੀ ਨਾਲ 3 ਜਣਿਆਂ ਦੀ ਅਸੀਂ ਜਾਨ ਬਚਾ ਸਕਦੇ ਹਾਂ, ਕਿਉਂਕਿ ਇਹ ਅਲੱਗ ਅਲੱਗ ਤਰ੍ਹਾਂ ਦੇ ਬਿਮਾਰੀਆਂ ਨੂੰ ਬਚਾਉਂਦੀ ਵੀ ਹੈ
ਤੇ ਅਲੱਗ-ਅਲੱਗ ਮਤਲਬ ਪੇਸ਼ੈਂਟਾਂ ਨੂੰ ਜਿਵੇਂ ਪ੍ਰੈਗਨੈਂਸੀ 'ਚ ਜਾਂ ਕੋਈ ਐਕਸੀਡੈਂਟ ਕੇਸ ਆ ਜਾਂਦਾ ਹੈ ਜਾਂ ਥੈਲੇਸੀਮੀਆ ਪੀੜਿਤ ਜਿਨ੍ਹਾਂ ਨੂੰ 15 ਦਿਨਾਂ ਬਾਅਦ ਆਏ ਦਿਨ ਬਲੱਡ ਲਗਵਾਉਣਾ ਹੀ ਪੈਂਦਾ ਹੈ, ਤਾਂ ਇਹ ਇੱਕ ਇਹੋ ਜਿਹਾ ਰੋਗ ਹੈ ਜਿਹਦੇ ਨਾਲ ਬੰਦੇ ਨੂੰ ਕੁਝ ਹੁੰਦਾ ਨਹੀਂ, ਬਟ ਕਮਜ਼ੋਰੀ ਬਹੁਤ ਰਹਿੰਦੀ ਹੈ ਕਿ ਉਹਨੂੰ ਥੋੜ੍ਹੇ ਟਾਈਮ ਬਾਅਦ ਬਲੱਡ ਲਗਵਾਉਣਾ ਪੈਂਦਾ ਹੈ। ਅਗਰ ਨਹੀਂ ਲਗਵਾਉਂਦਾ ਤਾਂ ਉਹਨੂੰ ਹੋਰ ਵੀ ਕੰਪਲਿਕੇਸ਼ਨਸ ਕ੍ਰੀਏਟ ਹੁੰਦੀਆਂ ਨੇ, ਜਿਹਦੇ ਨਾਲ ਤਿੱਲੀ ਵੱਧ ਜਾਂਦੀ ਹੈ, ਆਇਰਨ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਸੋ ਕਈ ਤਰ੍ਹਾਂ ਦੀ ਦਿੱਕਤਾਂ ਸ਼ੁਰੂ ਹੋਣ ਲੱਗ ਜਾਂਦੀਆਂ, ਤਾਂ ਕਰਕੇ ਮਤਲਬ ਅਗਰ ਅਸੀਂ ਬਲੱਡ ਡੋਨੇਟ ਕਰਾਂਗੇ ਤਾਂ ਬੱਚਿਆਂ ਦੀ ਜਾਨ ਵੀ ਬਚੇਗੀ ਅਤੇ ਉਹਨਾਂ ਦੀ ਫੈਮਲੀਜ਼ ਦੀਆਂ ਦੁਆਵਾਂ ਮਿਲਦੀਆਂ ਨੇ ਸਾਨੂੰ। ਤਾਂ ਕਰਕੇ ਇਹ ਸਾਡੇ ਵੀਰ ਉਹਦੇ ਜਨਮ ਦਿਨ 'ਤੇ ਜੈ ਸਿੰਘ ਜੀ ਦੇ ਇੱਕ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤਾ ਹੈ, जिनका तुसी पार्ट बनो आके, तो सानू बहुत खुशी हुई। जिन लोगों को लगता है जो ब्लड है उसका क्या प्रोसेसिंग होती है, जो ब्लड डोनेट करते हैं वो जो रक्तदान केंद्र बने हैं वहाँ पे ब्लड डोनेट करने के बाद उस ब्लड का क्या क्या यूज़ होता है, एसपी शर्मा जी हमारे पास बैठे हैं, डॉक्टर एसपी शर्मा जी, उनसे जानते हैं, वो बताएंगे सबको, जो अब हमारे व्यूअर्स हैं उनको सारी इन्फॉर्मेशन देंगे। हाँ जी सर। हाँ, शिव शक्ति ब्लड बैंक से हाँ जी मैं डॉक्टर एसपी शर्मा बोल रहा हूँ। तो जो आज से बहुत साल पहले जब ये ख्याल आया कि हम यहाँ पे एक ब्लड बैंक स्टार्ट करें, वे बैक हमने बहुत ये देखा कि लोग रेलवे स्टेशन से या बस स्टैंड से जो बहुत गरीब भिखारी टाइप लोग होते थे उनको उठा के लेके आते थे और उनका ब्लड लेके दूसरे पेशेंट्स को लग जाता अच्छा। है। यहाँ से स्टार्ट हुआ, ये एक बीज था जो हमारे मन में आया और उसके बाद ये एक लोक लहर ऐसी चली कि अब वॉलंटरी ब्लड डोनेशन कि खुद जो लोग अपने आप तैयार होके आते हैं, हमें आके कहते हैं कि हमने ब्लड डोनेट करना है, हम वहाँ से चल के ये इतना सफ़र तय करके हम यहाँ पे पहुँचे हुए हैं। तो जो आजकल ज़्यादातर हमारे हर गांव में, मेरे ख्याल में कोई ऐसा गांव नहीं बचा, कोई ऐसी संस्था नहीं बची जिसने हमारे ब्लड ये बैंक में कैंप नहीं लगाया या हमने वहाँ पे गांव में जाके कैंप नहीं लगाया। तो ये एक ऐसा नहीं है कि सिर्फ हमारी एफर्ट थी, लोगों ने हमारी बात को सुना, समझा कि ये इसकी ब्लड की अहमियत क्या है, क्योंकि ब्लड एक ऐसी चीज़ है कि ये तो शरीर में ही है, कोई फैक्ट्री तो है नहीं, शरीर ही इसकी फैक्ट्री है और इसके साथ कितने लोगों की, सैकड़ों लोगों की, लाखों लोगों की ज़िंदगियाँ बचती हैं। तो इससे बड़ा पुण्य का कार्य कोई हो नहीं सकता। हम तो रहते ही ऐसे समाज में कि जहाँ से जन्म से लेके मरण तक दान का नाम है जो हमारी ज़िंदगी के साथ जुड़ा हुआ है, तो हम इस दान के साथ जुड़े हुए हैं और ये एक ऐसी हमारी संस्था है जो नो प्रॉफिट नो लॉस बेसिस पे काम करती है कि हम इसमें से कोई ऐसा, लोगों को शुरू में ये भी हुआ कि ये तो आपका ब्लड बैंक है, इसमें तो आपको पैसे की कमाई करते होंगे, ऐसी भी लोगों में बात आई, मगर नहीं, ऐसी बात नहीं है। ये सिर्फ आपका ब्लड बैंक है, लोगों का ब्लड बैंक है, लोगों के लिए ब्लड बैंक है, लोगों की एक ऐसी, अब वो बात ख़त्म हो चुकी कि जैसे कि मैंने कहा था कि भी वहाँ से किसी को उठा के लेके आए और वहाँ पे सीधा ही अस्पताल में उसका ब्लड डोनेट किया और दूसरे पेशेंट को चला दिया। अब सेफ़ ब्लड, इसको हम सेफ़ ब्लड कहते हैं कि हम ब्लड लेते हैं, वो कितने लेबॉर्ट्री में कितने प्रोसेस में से गुजरता है, कितने टेस्ट होते हैं, जितनी बीमारियां हैं जैसे हेपेटाइटिस बी है, HIV है, मलेरिया है, डेंगू है, सभी के लिए मतलब बहुत सारे टेस्ट, जो हम ये चाहते हैं कि हमने सेफ़ ब्लड देना, ये नहीं कि किसी एक को कोई बीमारी है तो वो आगे हम पहुँचा दें। हाँ, तो हमारी ये कोशिश है कि और उसमें हम कामयाब भी हैं कि ब्लड जो है पेशेंट को सेफ़ ब्लड मिलता है। और ये इसके आगे जैसे और दुनिया में इतनी एडवांसेस आ रही हैं, इसमें भी दिन ब दिन नई एडवांसेस आ रही हैं। अब हम ब्लड का मतलब ये नहीं है कि ब्लड लिया वहाँ से और दूसरे पेशेंट को लगा दिया, इसको हम सेपरेशन बोलते हैं। इसमें से RBCs जो रेड ब्लड सेल्स हैं उनको अलग कर लेते हैं, प्लेटलेट्स अलग कर लेते हैं, बाकी जो प्लाज्मा बचता है, जो फ्लूइड पार्ट है, वो फ्लूइड पार्ट है अलग बच जाता है। तो पेशेंट्स की रिक्वायरमेंट के मुताबिक कि जो पेशेंट को ज़रूरत है वही चीज़ मिले। अगर उसको RBC की ज़रूरत है, अनीमिक है पेशेंट, खून की कमी है, खून है नहीं, ये नहीं है कि उसको होल ब्लड देना, ना, उसको RBCs देंगे। अब जैसे सीज़न चल रहा है, अभी भी चल रहा है, डेंगू का सीज़न चल रहा है, उसमें से ये होता है कि प्लेटलेट्स डाउन जा रहे हैं, लोगों को यहाँ तक ही हो गया कि प्लेटें ख़त्म हो गई,
तो हालांकि उनको उसकी एग्जैक्ट टर्मिनोलॉजी नहीं पता, पर वो उसकी बात हम समझ लेते हैं। तो प्लेटलेट्स डाउन चले जाते हैं, तो प्लेटलेट्स को प्लेटलेट्स हम देते हैं। और जो प्लाज्मा जो बचता है फ्लूइड, कई बार पेशेंट्स को ऐसा होता है, आम पुरानी बात या अभी भी लोगों के मन में रहती है कि जी बस शरीर में कमी बहुत है, मेरे ग्लूकोज लगा दो। हम इसको डिस्कार्ड करते हैं, कोशिश करते हैं लोगों को ये समझाएं कि इसकी ग्लूकोज लगाने की ऐसी ज़रूरत नहीं है, इसमें तो सिर्फ पानी है और उसमें एक चुटकी ग्लूकोज पाउडर है, वो आप वैसे ही खा लो, आप मुंह के रास्ते पी लो, ठीक है। तो बट कुछ एक पेशेंट्स को प्लाज्मा चाहिए होता है, उनको ना आरबीसी चाहिए ना प्लेटलेट्स चाहिए। ये अलग अलग आगे बहुत विस्तार में जाने वाली बात होती है कि किन पेशेंट्स को प्लाज्मा चाहिए। तो जिनको वो फ्लूइड चाहिए वो फ्लूइड मिलता है उनको, जैसे मान लिया कि फ्लूइड लॉस हो गया तो उनको सिर्फ प्लाज्मा ही चाहिए, तो उनको लिए प्लाज्मा हम देते हैं। तो इसको बोलते हैं हम ब्लड सेपरेशन। तो तीनों चीज़ों यानी कि एक यूनिट जो पेशेंट देता है वो 3 पेशेंट्स के लिए काम आ जाता है। अब और भी आ गया, अब प्लेटलेट्स ऐसा कि जैसे अभी हम उसकी कोशिश में है कि हम भी वो मशीन लेके आए कि उसमें और ज़्यादा एक ही यूनिट में 3 यूनिट्स के बराबर प्लेटलेट्स हो जाती हैं। अभी हम जो हमारे पास जो मशीन है उसमें से उतने ही आते हैं कि भी जितने प्लेटलेट्स हैं एक यूनिट उसको बोलते हैं। अब उसके आगे आ गया ऐसा कि वो एक कंप्रेस्ड हो जाती हैं वो, कि उनमें एक यूनिट है जो 3 प्लेटलेट्स के बराबर हो जाता है, 3 यूनिट्स के बराबर। तो वो काफ़ी कॉस्टली मशीन है, हम उस कोशिश में लगाएंगे, ज़रूर लगाएंगे। ज़्यादातर लोगों को यही उनको जागरूकता नहीं है, पता नहीं लगता भी कौन सा ब्लड किस लिए यूज़ होता है और जो ब्लड डोनेट करते हैं उसमें क्या क्या उसकी सेपरेशंस होती हैं। तो धन्यवाद, आपने सबको ये इन्फॉर्मेशन दी और मैं कोशिश करूँगा जो प्रोसेसिंग है अगर वो अनुमति देंगे या कुछ ऐसा होगा तो वो सारा प्रोसेसिंग की प्रक्रिया भी आपको दिखाई जाएगी, ताकि जनता में और हौसला बढ़े उनका जो पारदर्शिता है ब्लड डोनेट करने के लिए वो उनके सामने आएगी और लोग ज़्यादा से ज़्यादा शिव शक्ति ब्लड बैंक में वाल्मीकि चौक के पास आकर इनको सहयोग देंगे। ये तो बहुत लाखों लोगों की ज़िंदगी बचाई है इन्होंने सिरसा में, और आस पड़ोस के जो गांव हैं, जो शहर हैं, जितने भी राजस्थान, पंजाब, हरियाणा, यूपी या कहीं भी दूर से जो आपातकालीन स्थिति में कहीं उनको ब्लड नहीं मिलता तो ये प्रोवाइड करवाते हैं। तो धन्यवाद तो सर। एक ये भी बात मैं बता दूं कि ये जो हमारा ब्लड बैंक है ये एक रोल मॉडल है। कहीं भी किसी ने और किसी और शहर में किसी और जगह पे कोई ब्लड बैंक खोलना चाहता है तो वो हमारे ब्लड बैंक की एग्जांपल देते हैं कि आप वहाँ पे जाके देख के आओ, सेटअप वहाँ पे पहले आप देखाओ, वैसा आपने ब्लड बैंक बनाना। तो ये भी हमारी एक उपलब्धि है, मगर हम सब की, क्योंकि ये बने आप सब की कोशिश हो। थैंक यू। हाँ जी सर श्री गल ਤੁਸੀਂ ब्लड डोनेट कर रहे हो, ਤੁਹਾਨੂੰ ਕਿਵੇਂ ਦਾ ਲੱਗ ਰਿਹਾ? बहुत अच्छा फील हो रहा है जी। ਅੱਜ किस ओकेजन पे ਤੁਸੀਂ आए हो? जय सिंह का बर्थडे है, बेसिकली हर ईयर लगाया जाता है और रेगुलर दिने आ जाते ਤੇ ਜਿਹੜੇ ਲੋਕ ਬਲੱਡ ਡੋਨੇਟ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? कोई ਇਹਦਾ नुकसान नहीं है वीर जी। ਇਹ ਵੀਡੀਓ ਲਿੰਕ ਵਿਦੇਸ਼ਾਂ 'ਚ ਜਾਊਗੀ, ठीक है, ਉਸ ਕਾਰਨ ਮੈਸੇਜ ਕੀ ਦੇਣਾ ਚਾਹੋਗੇ ਕਿ ਜਿੱਥੇ ਇੱਥੇ ਲੋਕੀ ਰਹਿੰਦੇ ਆ ਉਹ ਬਲੱਡ ਡੋਨੇਟ ਕਰਨ ਜਾਂ ਨਾ ਕਰਨ? रेगुलर करें सर, बहुत ज़रूरी है। ਤੁਹਾਨੂੰ ਕਦੇ ਕਮਜ਼ੋਰੀ ਵਗੈਰਾ ਆਈ ਹੈ? नहीं सर, मैं रेगुलर 28 टाइम पहले दे चुका है, आज 29 टाइम देता है, रेगुलर दे रहे हैं सर, कोई इशू नहीं। हाँ जी अंकल जी, क्या नाम है आपका? अनिल जैन, आप शिव शक्ति ब्लड बैंक शिव शक्ति बेल में प्रोग्राम ऑफिसर के रूप में तो कार्यरत। क्या कहना चाहिए सबको? सर मैं कह रहा था कि जो ये प्रथा चल रखी है, आज भाई का जब बर्थ है और ये बहुत थैलेसीमिया रोग से ग्रस्त है, उसके बावजूद भी ये अपनी सोसाइटी के लिए, समाज के लिए बहुत बड़ा पुण्य काम करते हैं और इससे बढ़का कोई भी दान नहीं हो सकता। ये रक्तदान 1 यूनिट जो है ना 3 हमारे रोगियों की जान चाहते हैं, जिसमें हम कंपोनेंट बना करके इनसे आरबीसी अलग करते हैं, प्लाज्मा अलग करते हैं और प्लेटलेट्स अलग करते हैं। तो 1 यूनिट से 3 लोगों की जान चाहिए जा सकती है। और जो थैलेसीमिया के बच्चे हैं जो ग्रस्त हैं उनको आरबीसी जाता है, क्योंकि हर महीने में 1 महीने में 2 यूनिट थैलेसीमिया बच्चों को रिक्वायरमेंट होती है और 3 भी हो सकती है। और सबसे बड़ा उपलब्धि इस कैंप की ये है कि जो थैलेसीमिया को जा रहा है शिव शक्ति ब्लड बैंक को, वो निःशुल्क चार्जिंग के हम जारी करें फ्रॉम द बिगिनिंग ऑफ ब्लड बैंक 99 से। तो ये बहुत बड़ा एक मैसेज आता है और मेरा ये सभी से अनुरोध है कि इस पुण्य अवसर पर अधिक से अधिक लोग शामिल होकर अपना रक्तदान करें।
ये इस तरह का जो मैसेज अभी आपके कैमरे पे आया है, ये मैसेजेस टोटल फेक हैं और मुझे ये नहीं समझ में आती किसी को क्या मिलता है ऐसे मैसेज मतलब दे करके। मेरी आप सब लोगों से निवेदन है कि इनके तथ्यों को जानें। 104 नंबर पे कुछ नहीं मिलने वाला, कोई खून नहीं मिलेगा और 450 में खून संभव नहीं है, मतलब इशू चार्जेस लगते हो, टेस्टिंग चार्जेस लगते हो। हरियाणा सरकार ही 1000 रुपये ले रही है तो इनको 450 में कौन दे देगा। नंबर 2, मेरी आप सब लोगों से निवेदन है कि कोई भी मतलब मैसेज आगे फॉरवर्ड करने से पहले थोड़ा सा देख लें। पीछे से अभी वो आया था कि मौसमी के जूस को मतलब प्लाज्मा बता करके और दे रहे, ऐसा संभव नहीं है। और बाद में ये निकल के आया कि वो रख रखाव में गड़बड़ हुई थी, वो थैली सही नहीं थी लेकिन उसके अंदर मौसमी का जूस नहीं था प्लेटलेट ही, लेकिन वो रख रखाव में खराब हो चुका था। पीछे से आया था कि भी ये जो फ्रूटी या कोई और चीज़ है उसके अंदर खून मिला करके दिया जा रहा है, मत पियो। मतलब इस तरह के जो शिवाय समाज के अंदर भय फैलाने के और कुछ नहीं है। कृपया कोई भी मैसेज खास तौर से स्वास्थ्य को लेकर अगर है, पहले पढ़ लें अच्छी तरह से फिर ही पास। जो शिव शक्ति का योगदान है थैलेसीमिया के बच्चों के लिए, तो 99 में हमने शुरू किया था ये, 26 अगस्त 1999, और उस वक्त सिर्फ 1 यूनिट थैलेसीमिया का मिला था और ये हर साल लगातार बढ़ता चला गया। आप ये देखो नीचे आते 14,410 टोटल, यानी 1,44 लाख रुपए के का योगदान थैलेसीमिया के बच्चों को दे दिया। ठीक है नहीं? अब एक थैली 1,000 रुपए की लगती है तो उस हिसाब से आप कैलकुलेट कर लो, 1,44 लाख इन बच्चों को दिए जा चुके। और ये मैंने नहीं, ये आप सब लोगों ने मिल करके जो अपन प्रोग्राम बनाया, भी किसी भी तरीके से इन बच्चों की मदद होनी चाहिए। तो न्यूक्लियर फैमिली है, दो बच्चे होते हैं, एक बच्चा है, माँ है, बाप है, कहाँ से तो वो खून लाएंगे, कहाँ से वो इतने पैसे लाएंगे, है नहीं? तो गरीब बच्चों के लिए ये है कि भाई हमने कभी भी इनको किसी को मना नहीं किया और बाइज्जत कभी भी मतलब इनके मान सम्मान में भी कमी नहीं आने दी कि भाई ये तो मुफ्तखोरे आ गए यार, ऐसा कभी नहीं हुआ। हमने इनको पूरा मान सम्मान दिया। और जो 198 बच्चे अपने पास हैं, 198 थैलेसीमिया के बच्चे हैं और वो सरसा जिले के नहीं है, करनाल तक के बच्चे यहाँ हैं। ठीक है कि नहीं? पीछे से हमने कहा कि चलो जी 3 ब्लड बैंक इनमें बांट दो, तो बच्चे जाने को तैयार नहीं है, हम शिव शक्ति छोड़ के नहीं जाएंगे। तो ये आप सब लोगों की वजह से, टक्कर भाई साहब की वजह से, ठीक है नहीं? हाँ नहीं, ये वहां से आई हुई है।